ਉਹਦਾ ਅਕਾਲੀ ਦਲ, ਮੇਰਾ ਅਕਾਲੀ ਦਲ, ਤੇਰਾ ਅਕਾਲੀ ਦਲ, ਬਹੁਤ ਸਾਰੇ ਅਕਾਲੀ ਦਲ ਇਕੱਠੇ ਹੋ ਗਏ, ਪਾਰਟੀ ਦਾ ਨਾਮ ਕੀ ਹੈਗਾ ਜੋ ਕਾਗਜ਼ਾਂ ਦੇ ਉੱਤੇ ਰਜਿਸਟਰ ਹੋਊਗਾ। ਤਾਂ ਯਾਨੀ ਕਿ ਇਹ ਵੀ ਮੰਨ ਕੇ ਚੱਲੀਏ ਕਿ ਪ੍ਰੋਬਲਮ ਹੋਵੇਗੀ ਤਾਂ ਕੀ ਡੈਮੋਕ੍ਰੈਟਿਕ ਨਾਲ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਹੈਗਾ ਉਹ ਰਜਿਸਟਰ ਹੋਵੇਗਾ। ਜੇਕਰ ਗੱਲ ਕੀਤੀ ਜਾਵੇ ਚੋਣ ਨਿਸ਼ਾਨ ਨੂੰ ਲੈ ਕੇ, ਤਾਂ ਹੁਣ ਉਹ ਚੋਣ ਨਿਸ਼ਾਨ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਹੁਣ ਤਕੜੀ ਕਿਹਦੇ ਕੋਲ ਹੋਊਗੀ, ਇਹ ਗੱਲ ਖੜੀ ਹੋ ਰਹੀ ਹੈਗੀ ਹੈ। ਜੋ ਕਾਂਗਰਸ ਕਹਿ ਰਹੀ ਹੈਗੀ ਹੈ ਉसी ਦੀ ਸ਼ਹਿਰ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਇਹ ਸਭ ਕੀਤਾ ਜਾ ਰਿਹਾ ਹੈ। ਕੀ ਇਹ ਲੜਾਈ ਹੈਗੀ ਕਿਹਦੀ ਹੈ? ਪੰਜਾਬ ਦੇ ਹਿੱਤਾਂ ਦੀ ਲੜਾਈ ਹੈਗੀ ਹੈ ਜਾਂ ਪ੍ਰਧਾਨਗੀ ਦੀ ਲੜਾਈ ਰਹਿ ਗਈ ਹੈਗੀ? ਇਹ ਸਾਫ਼ ਤੌਰ ਦੇ ਉੱਤੇ ਕਹਿ ਰਹੇ ਨੇ, ਕਹਿੰਦੇ ਕਿ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈਗਾ। ਕਹਿੰਦੇ ਢੀਂਡਸਾ ਉਹਨਾਂ ਨੂੰ ਮੈਂ ਕਹਿੰਦੇ ਪ੍ਰਧਾਨਗੀ ਜੇ ਲੈਣੀ ਸੀ ਉਹਨਾਂ ਨੇ ਕਹਿੰਦੇ ਟਕਸਾਲੀਆਂ ਦੀ ਪ੍ਰਧਾਨਗੀ ਲੈ ਲੈਂਦੇ। ਸੇਵਾ ਸਿੰਘ ਸੇਖਵਾਂ ਤੇ ਬੀਰ ਦਵਿੰਦਰ ਦੇ ਵੱਲੋਂ ਤਾਂ ਅਸਤੀਫਾ ਵੀ ਟਕਸਾਲੀ ਦਲ ਵਿੱਚ ਦੇ ਦਿੱਤਾ ਗਿਆ ਹੈਗਾ। ਤੁਹਾਨੂੰ ਲੱਗਦਾ ਕਿ ਇਹ ਸਹੀ ਸੀਗਾ ਉਸ ਵੇਲੇ ਜਦੋਂ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਦਾਖਲ ਸੀਗਾ, ਜਦੋਂ ਉਹ ਵਿਅਕਤੀ ਹਸਪਤਾਲ ਦੇ ਵਿੱਚ ਬੈੱਡ ਦੇ ਉੱਤੇ ਪਿਆ ਹੋਇਆ ਸੀ ਤੇ ਉਹ ਵਿਅਕਤੀ ਨੂੰ ਛੱਡ ਕੇ ਜਿਨ੍ਹਾਂ ਨੇ ਪਾਰਟੀ ਦਾ ਗਠਨ ਕੀਤਾ ਸੀ, ਅਕਾਲ ਤਖਤ ਸਾਹਿਬ ਜਾ ਕੇ ਸਹੁੰਆਂ ਖਾਈਆਂ ਸੀਗੀਆਂ, ਉਹੀ ਉਸ ਵਿਅਕਤੀ ਨੂੰ ਛੱਡ ਕੇ ਤੁਹਾਡੇ ਨਾਲ ਆ ਕੇ ਜੁੜ ਗਏ ਨੇ। ਤੁਸੀਂ ਇਹੋ ਜਿਹੇ ਕੁਐਸਚਨ ਕਰਦੇ ਹੋ ਜਿਹੜਾ ਉਹ ਜਵਾਬ ਦੇ ਸਕਦੇ, ਉਹਨਾਂ ਦਾ ਜਵਾਬ ਮੈਂ ਕਿਵੇਂ ਦੇ ਸਕਦਾ? ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਕੱਲ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਹੈ। ਹਾਲਾਂਕਿ ਜਿਵੇਂ ਹੀ ਪਾਰਟੀ ਦਾ ਗਠਨ ਕੀਤਾ ਗਿਆ ਉਸ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸੁਖਦੇਵ ਸਿੰਘ ਢੀਂਡਸਾ ਸਾਡੇ ਨਾਲ ਨੇ। ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਤਾਂ ਨਵੀਂ ਪਾਰਟੀ ਦੀਆਂ ਤੁਹਾਨੂੰ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇੱਕ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਨਹੀਂ ਖੜੀ ਕੀਤੀ, ਵਰਕਰਾਂ ਨੇ ਖੜੀ ਕੀਤੀ, ਮੈਨੂੰ ਵਰਕਰਾਂ ਨੇ ਚੁਣਿਆ ਤੇ ਇਸ ਕਰਕੇ ਮੈਂ ਤਾਂ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ। ਲੰਬੇ ਸਮੇਂ ਤੋਂ ਵਰਕਰ ਵੀ ਤੁਸੀਂ ਇਕੱਠੇ ਕਰ ਰਹੇ ਸੀਗੇ, ਉਹ ਸਾਰੇ ਲੋਕ ਵੀ ਤੁਸੀਂ ਜੋੜ ਰਹੇ ਸੀ ਜਿਨ੍ਹਾਂ ਨੇ ਤੁਹਾਨੂੰ ਪ੍ਰਧਾਨ ਬਣਾਇਆ ਹੈਗਾ। ਸਭ ਤੋਂ ਪਹਿਲਾ ਸਵਾਲ ਤਾਂ ਮੈਂ ਹੀ ਪੁੱਛਣਾ ਚਾਹੂੰਗਾ, ਪਾਰਟੀ ਦਾ ਨਾਮ ਕੀ ਹੈਗਾ? ਕਲੈਰਿਟੀ ਨਹੀਂ ਆ ਰਹੀ ਹੈਗੀ ਕਿਉਂਕਿ ਕਿਹਾ ਜਾ ਰਿਹਾ ਉਹਦਾ ਅਕਾਲੀ ਦਲ, ਮੇਰਾ ਅਕਾਲੀ ਦਲ, ਤੇਰਾ ਅਕਾਲੀ ਦਲ, ਬਹੁਤ ਸਾਰੇ ਅਕਾਲੀ ਦਲ ਇਕੱਠੇ ਹੋ ਗਏ, ਪਾਰਟੀ ਦਾ ਨਾਮ ਕੀ ਹੈਗਾ ਜੋ ਕਾਗਜ਼ਾਂ ਦੇ ਉੱਤੇ ਰਜਿਸਟਰ ਹੋਊਗਾ? ਸ਼੍ਰੋਮਣੀ ਅਕਾਲੀ ਦਲ ਸਾਡਾ ਨਾਂ ਹੈ। ਅਗਰ ਉੱਥੇ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਦੇਖਾਂਗੇ ਉਹਦੇ ਨਾਲ ਕੋਈ ਐਡ ਕਰਨਾ ਕਿ ਨਹੀਂ ਕਰਨਾ। ਇਲੈਕਸ਼ਨ ਕਮਿਸ਼ਨ 'ਚ ਅਗਰ ਆਉਂਦੀ ਹੈ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਰੱਖਿਆ ਹੋਇਆ। ਹੁਣ ਰਿਕਾਰਡ 'ਚ ਕੀ ਹੈ ਉਹ ਦੇਖਣ ਵਾਲੀ ਗੱਲ। ਰਿਕਾਰਡ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਹੈਗਾ। ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰਚਾਰ ਕਰ ਰਹੇ ਹੈਗੇ ਹੋ ਇਹ ਗੈਰ ਕਾਨੂੰਨੀ ਹੈਗਾ, ਉਹ ਪਹਿਲਾਂ ਹੀ ਕਹਿ ਰਹੇ ਨੇ। ਤਾਂ ਯਾਨੀ ਕਿ ਇਹ ਵੀ ਮੰਨ ਕੇ ਚੱਲੀਏ ਕਿ ਪ੍ਰੋਬਲਮ ਹੋਵੇਗੀ, ਤੇ ਜੇ ਹੁੰਦੀ ਹੈਗੀ ਹੈ ਤਾਂ ਕਾਗਜ਼ਾਂ ਦੇ ਵਿੱਚ ਨਾਮ ਕੀ ਹੋਵੇਗਾ? ਇਹ ਤਾਂ ਪਾਰਟੀ ਵਰਕਰਾਂ ਨੇ ਕਰਨਾ, ਮੈਂ ਥੋੜਾ ਕਰਨਾ ਜੀ। ਉਹ ਤਾਂ ਪਾਰਟੀ ਕਰੂਗੀ, ਪਾਰਟੀ ਡਿਸਾਈਡ ਕਰੂ, ਮੈਂ ਥੋੜਾ। ਡੈਮੋਕ੍ਰੈਟਿਕ ਕੀ ਚੀਜ਼ ਹੈਗੀ ਹੈ ਫਿਰ? ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਕੱਲ ਕਾਫੀ ਚਰਚਾਵਾਂ ਹੋਈਆਂ, ਕਿਹਾ ਜਾ ਰਿਹਾ ਕਿ ਨਾਮ ਕਾਗਜ਼ਾਂ ਦੇ ਉੱਤੇ ਡੈਮੋਕ੍ਰੈਟਿਕ ਰੱਖ ਦੇਵਾਂਗੇ, ਵੈਸੇ ਬੋਲਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਰਹੇਗਾ। ਤਾਂ ਕੀ ਡੈਮੋਕ੍ਰੈਟਿਕ ਨਾਲ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਹੈਗਾ ਉਹ ਰਜਿਸਟਰ ਹੋਵੇਗਾ ਕਾਗਜ਼ਾਂ ਦੇ ਵਿੱਚ? ਨਹੀਂ, ਅਗਰ ਸਾਡਾ ਸ਼੍ਰੋਮਣੀ ਅਕਾਲੀ ਦਲ ਰਜਿਸਟਰ ਕਿਸੇ ਟੈਕਨੀਕਲ ਕਾਰਨਾਂ ਕਰਕੇ ਨਹੀਂ ਹੋ ਸਕਦਾ, ਡੈਮੋਕ੍ਰੈਟਿਕ ਹੋਏਗਾ। ਫਿਰ ਡੈਮੋਕ੍ਰੈਟਿਕ ਹੋਵੇਗਾ। ਜੇਕਰ ਗੱਲ ਕੀਤੀ ਜਾਵੇ ਚੋਣ ਨਿਸ਼ਾਨ ਨੂੰ ਲੈ ਕੇ, ਤਾਂ ਹੁਣ ਉਹ ਚੋਣ ਨਿਸ਼ਾਨ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਤੁਸੀਂ ਹਾਲਾਂਕਿ ਕਹਿ ਰਹੇ ਹੈਗੇ ਹੋ ਕਿ ਅਸੀਂ ਵੀ ਚੋਣ ਨਿਸ਼ਾਨ ਜਿਹੜਾ ਹੈਗਾ ਉਹ ਰੱਖਣ ਦੀ ਗੱਲ ਕਰਾਂਗੇ। ਮਾਇਰਾ ਦੇ ਨਾਲ ਤੁਹਾਡੀ ਗੱਲ ਹੋ ਰਹੀ ਹੋਊਗੀ, ਕੀ ਉਹਨਾਂ ਦੇ ਵੱਲੋਂ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈਗੀ? ਅਜੇ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ ਮਾਇਰਾ ਦੀ, ਕਿਉਂਕਿ ਕੱਲ੍ਹ ਹੀ ਡਿਸਾਈਡ ਕੀਤਾ ਵਰਕਰਾਂ ਨੇ ਕਿ ਨਹੀਂ, ਸ਼੍ਰੋਮਣੀ ਅਕਾਲੀ ਦਲ ਰੱਖੋ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ, ਅਸੀਂ ਸ਼੍ਰੋਮਣੀ ਅਕਾਲੀ ਦਲ। ਇਹ ਥੋੜ੍ਹਾ ਵੀ ਜੇ ਕੋਈ ਉੱਤੇ ਕਬਜ਼ਾ ਕਰ ਲਿਆ ਤਾਂ ਪਹਿਲਾਂ ਬਰਨਾਲੇ ਕੋਲੇ ਸੀ, ਪ੍ਰਕਾਸ਼ ਸਿੰਘ ਬਾਦਲ ਦੇ ਅੱਡ ਬਣੀ, ਅਸੀਂ ਨਾਲ ਹੀ ਸੀਗੇ ਤੇ ਉਦੋਂ ਤਕੜੀ ਬਰਨਾਲੇ ਕੋਲੇ ਰਹੀ, ਅਸੀਂ ਤੀਰ ਕਮਾਨ ਤੇ ਲੜੇ ਸੀ। ਉਸ ਤੋਂ ਬਾਅਦ ਹੁਣ ਤਕੜੀ ਕਿਹਦੇ ਕੋਲ ਹੋਊਗੀ? ਇਹ ਗੱਲ ਖੜੀ ਹੋ ਰਹੀ ਹੈਗੀ ਹੈ। ਤੁਸੀਂ ਕਹਿ ਰਹੇ, ਤੁਸੀਂ ਆਪਣਾ ਦਾਅਵਾ ਠੋਕ ਰਹੇ ਹੈਗੇ ਐਦਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈਗਾ, ਕੱਲ ਪ੍ਰੈਸ ਕਾਨਫਰੰਸ ਡਾਕਟਰ ਦਲਜੀਤ ਚੀਮਾ ਕਰਦੇ ਹੈਗੇ ਨੇ, ਉਹ ਕਹਿੰਦੇ ਹੈਗੇ ਨੇ ਕਿ ਇਹ ਸਭ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈਗਾ। ਇਹ ਤਾਂ ਹੁਣ ਮੈਂ ਤਾਂ ਕਹਿੰਦਾ ਵੀ ਜੇ ਕਾਨੂੰਨੀ ਤੌਰ ਤੇ ਕੋਈ ਮਾਹਰ, ਅਜੇ ਤਾਂ ਅਸੀਂ ਕਿਸੇ ਨਾਲ ਨਹੀਂ ਡਿਸਕਸ ਕੀਤਾ, ਉਹ ਦੇਖਾਂਗੇ ਜਦੋਂ ਹੋਊਗੀ। ਜੇ ਉਹ ਜਿੱਤ ਜਾਣਗੇ ਤਾਂ ਉਹ ਲੈ ਲੈਣ ਤੇ ਅਸੀਂ ਆਪਦਾ ਕਲੇਮ ਕਰਾਂਗੇ। ਫਿਰ ਤਾਂ ਪਾਰਟੀ ਦਫ਼ਤਰ ਦੀ ਵੀ ਜੇਕਰ ਆਪਾਂ ਗੱਲ ਕਰੀਏ, ਫਿਰ ਤਾਂ ਉਸ ਦੇ ਉੱਤੇ ਵੀ ਕਲੇਮ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈਗਾ। ਜੇ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਸਾਡਾ ਨਾਮ ਹੈਗਾ, ਫਿਰ ਤਾਂ ਪਾਰਟੀ ਦਫ਼ਤਰ ਦੇ ਉੱਤੇ ਵੀ ਕਲੇਮ ਕੀ ਤੁਹਾਡੇ ਵੱਲੋਂ ਕੀਤਾ ਜਾਊਗਾ? ਅਗਰ ਪਾਰਟੀ ਸਾਡੀ ਮੰਨਿਆ ਜਾਂਦਾ ਹੈ ਤਾਂ ਕੁਦਰਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੈ। ਪਹਿਲਾਂ ਸੁਰਜੀਤ ਸਿੰਘ ਬਰਨਾਲੇ ਨੇ ਲਿਆ ਸੀ ਪਲਾਟ, ਤਾਂ ਇਸ ਕਰਕੇ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ, ਨਾ ਕਿ ਕਿਸੇ ਦੀ ਇੰਡੀਵਿਜੂਅਲ ਪ੍ਰਾਪਰਟੀ ਹੈ। ਪਰ ਉਹ ਕਹਿੰਦੇ ਹੈਗੇ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਤਾਂ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ। ਉਹ ਕਿਵੇਂ ਕਲੇਮ ਕਰਦੇ ਪਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਹੈਗਾ? ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਕਲੇਮਬਾਜ਼ੀ ਕੀਤੀ ਜਾ ਰਹੀ? ਕਿਉਂਕਿ ਕਹਿੰਦੇ ਉਹ ਤਾਂ ਡੈਲੀਗੇਟ ਵੀ ਨਹੀਂ ਹੈਗੇ। ਜਿਹੜੀ ਪਰਮਿੰਦਰ ਸਿੰਘ ਢੀਂਡਸਾ ਨੇ ਲਿਸਟ ਭੇਜੀ ਸੀਗੀ ਸੰਗਰੂਰ ਤੋਂ 28 ਮੈਂਬਰਾਂ ਦੀ, ਕਹਿੰਦੇ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਨਾਮ ਤੱਕ ਨਹੀਂ ਪਾਇਆ ਹੈਗਾ, ਉਹ ਡੈਲੀਗੇਟ ਤੱਕ ਨਹੀਂ ਹੈਗਾ। ਅਸੀਂ ਤਾਂ ਉਸ ਲਿਸਟ ਨੂੰ ਮੰਨਦੇ ਹੀ ਨਹੀਂ। ਉਹ ਤਾਂ ਘਰੇ ਬੈਠ ਕੇ ਬਣਾਈ ਹੋਈ ਹੈ। ਨੰਬਰ 2, ਅਸੀਂ ਤਾਂ ਉਹਨੂੰ ਕੱਢ ਚੁੱਕੇ ਹਾਂ, ਪ੍ਰਧਾਨਗੀ ਤੋਂ ਲਾ ਚੁੱਕੇ ਹਾਂ।
23 ਤਾਰੀਖ ਨੂੰ ਅਸੀਂ ਪ੍ਰਧਾਨਗੀ ਤੋਂ ਲਾਹਤਾ ਸੀ ਸਾਡਾ ਇਹਨਾਂ ਨਾਲੋਂ ਵੱਡਾ ਇਕੱਠ ਸੀ, ਸਾਡਾ ਅਕਾਲੀਆਂ ਦਾ ਇਕੱਠ ਸੀ, ਇਹਨਾਂ ਨੇ ਸਾਰੇ ਪੰਜਾਬ ਚੋਂ ਲਿਆ ਕੇ ਬਿਠਾਏ ਸੀਗੇ ਬੰਦੇ, ਇਸ ਕਰਕੇ ਉਦੋਂ ਅਸੀਂ ਪ੍ਰਧਾਨਗੀ ਤੋਂ ਲਾਹ ਚੁੱਕੇ ਉਹਨੂੰ। ਉਹ ਕਹਿੰਦੇ ਆ ਕਿ ਤੁਹਾਨੂੰ ਪ੍ਰਧਾਨਗੀ ਤੋਂ ਲਾਤਾ, ਤੁਸੀਂ ਕਹਿੰਦੇ ਹੈਗੇ ਉਹਨੂੰ ਪ੍ਰਧਾਨਗੀ ਤੋਂ ਲਾਤਾ, ਤਾਂ ਲੋਕੀ ਇਹ ਹੁਣ ਸਵਾਲ ਢੀਂਡਸਾ ਸਾਹਿਬ ਖੜੇ ਕਰ ਰਹੇ ਨੇ ਕਿ ਇਹ ਲੜਾਈ ਹੈਗੀ ਕਿਹਦੀ ਹੈ, ਪੰਜਾਬ ਦੇ ਹਿੱਤਾਂ ਦੀ ਲੜਾਈ ਹੈਗੀ ਹੈ ਜਾਂ ਪ੍ਰਧਾਨਗੀ ਦੀ ਲੜਾਈ ਰਹਿ ਗਈ ਹੈਗੀ ਹੈ? ਕਿਉਂਕਿ ਪਾਰਟੀਆਂ ਦੀ ਗੱਲ ਕਰੀਏ, ਜਿਨ੍ਹਾਂ ਨੇ ਵੀ ਨਵੀਆਂ ਪਾਰਟੀਆਂ ਬਣਾਈਆਂ ਅਕਾਲੀ ਦਲ ਤੋਂ ਵੱਖ ਹੋ ਕੇ, ਉਹ ਸਾਰੇ ਹੀ ਪ੍ਰਧਾਨ ਬਣੇ ਨੇ, ਤੇ ਕਹਿੰਦੇ ਪ੍ਰਧਾਨਗੀ ਦੀ ਲੜਾਈ ਜਿਹੜੀ ਹੈਗੀ ਹੈ ਉਹ ਵੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਹੀ ਜਿਹੜੀ ਹੈ ਉਹ ਲੜੀ ਜਾਈਏ। ਮੈਂ ਕਦੇ ਪ੍ਰਧਾਨਗੀ ਮੰਗੀ ਨਹੀਂ ਕਦੇ ਜ਼ਿੰਦਗੀ 'ਚ। ਉਹਨਾਂ ਨੂੰ ਪੁੱਛੋ ਜਿਹੜੇ ਉਹ ਕਹਿੰਦੇ ਮੈਂ ਕਦੇ ਪਾਰਟੀ 'ਚ ਕਦੇ ਕਿਹਾ ਮੈਨੂੰ ਪ੍ਰਧਾਨ ਬਣਾਓ। ਮੈਂ ਕਿਸੇ ਨੂੰ ਕਿਹਾ, ਇਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਭਾਈ ਹੋਰ ਕਿਸੇ ਨੂੰ ਬਣਾ ਲਓ, ਨੌਜਵਾਨ ਨੂੰ ਬਣਾ ਲਓ, ਕਿਸੇ ਹੋਰ ਨੂੰ ਕਰ ਲਓ। ਉਹ ਕਹਿੰਦੇ ਨਹੀਂ ਤੁਸੀਂ ਅੱਗੇ ਲੱਗੋ, ਇਹ ਤਾਂ ਹੁਣ ਪਾਰਟੀ ਦਾ ਹੁਕਮ ਹੈ, ਉਹਨਾਂ ਨੇ ਦਿੱਤਾ, ਨਾ ਮੇਰਾ ਕੋਈ ਇੱਛਾ ਸੀ ਔਰ ਨਾ ਹੀ ਮੈਂ ਕੋਈ ਚਾਹੁੰਦਾ। ਪਰ ਇਹ ਕਿਹਾ ਲੋਕ ਪ੍ਰਧਾਨਗੀ ਲਈ ਮੰਨਦੇ, ਕਿਸੇ ਨੇ ਚੀਫ ਮਿਨਿਸਟਰ ਬਣਨਾ ਹੁੰਦਾ, ਕਿਸੇ ਨੇ, ਮੈਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ। ਪਰ ਇਹ ਵੀ ਸਵਾਲ ਹੁਣ ਖੜੇ ਕਰ ਰਹੇ ਨੇ, ਕਹਿੰਦੇ ਕਿ ਪਰਮਿੰਦਰ ਸਿੰਘ ਢੀਂਡਸਾ ਵਾਸਤੇ ਸੁਖਦੇਵ ਸਿੰਘ ਢੀਂਡਸਾ ਹੋਣੀ ਜਿਹੜੇ ਹੈਗੇ ਆ ਰੋਡ ਮੈਪ ਤਿਆਰ ਕਰ ਰਹੇ ਹੈਗੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਰੋਡ ਮੈਪ ਸੁਖਬੀਰ ਸਿੰਘ ਬਾਦਲ ਲਈ ਤਿਆਰ ਕੀਤਾ, ਉਵੇਂ ਹੀ ਹੁਣ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਲਈ ਰੋਡ ਮੈਪ ਤਿਆਰ ਕਰ ਰਹੇ ਨੇ। ਉਹਨੂੰ ਆਪਣੇ ਸੁਪਨੇ ਆਉਂਦੇ ਨੇ। ਪਰਮਿੰਦਰ ਸਿੰਘ 'ਚ ਆਪਣੀ ਕੋਈ ਹਿੰਮਤ ਹੋਊਗੀ ਤਾਂ ਉਹ ਕਰ ਲੂਗਾ। ਮੈਂ ਸੁਖਦੇਵ ਸਿੰਘ ਢੀਂਡਸਾ ਦਾ ਕੋਈ ਮਦਦ ਨਹੀਂ ਹੋਊਗੀ, ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ, ਮੇਰੇ ਵੱਲੋਂ ਕੋਈ ਨਹੀਂ ਹੋਏਗੀ। ਢੀਂਡਸਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਪ੍ਰਧਾਨਗੀ ਨੂੰ ਲੈ ਕੇ, ਜਿਵੇਂ ਚਰਚਾਵਾਂ ਹੋ ਰਹੀਆਂ ਹੈਗੀਆਂ, ਤੁਸੀਂ ਕਿਹਾ ਕਿ ਵਰਕਰਾਂ ਨੇ ਤੁਹਾਨੂੰ ਪ੍ਰਧਾਨ ਬਣਾਇਆ ਹੈਗਾ, ਹਾਲਾਂਕਿ ਕੱਲ੍ਹ ਦੀ ਜੇਕਰ ਅਸੀਂ ਇਕੱਠ ਦੀ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਦੇ ਲੋਕ ਉੱਥੇ ਆਏ ਹੋਏ ਸੀਗੇ, ਜਿਵੇਂ ਕਿ ਮਨਜੀਤ ਸਿੰਘ ਜੀ ਕਿਉਂ ਨਹੀਂ ਉੱਥੇ ਆਏ ਹੋਏ ਸੀਗੇ, ਗੱਲ ਕੀਤੀ ਜਾਵੇ ਰਵਿੰਦਰ ਸਿੰਘ ਉਹ ਵੀ ਉੱਥੇ ਪਹੁੰਚੇ ਹੋਏ ਸੀ, ਰਾਮੂ ਵਾਲੀਆ ਪਹੁੰਚੇ ਹੋਏ ਸੀ। ਇਹਨਾਂ ਦੀ ਪਾਰਟੀਆਂ ਅਲੱਗ-ਅਲੱਗ ਹੈਗੀਆਂ, ਤੇ ਫਿਰ ਕਿਵੇਂ ਇਹ ਇੱਕ ਪਾਰਟੀ ਦੇ ਅੰਡਰ ਆ ਗਏ ਹੈਗੇ ਨੇ? ਕੀ ਇਹਨਾਂ ਦੇ ਵੱਲੋਂ ਅਲੱਗ-ਅਲੱਗ ਧੜੇ ਹੀ ਰੱਖੇ ਜਾਣਗੇ ਕਿ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈਗੇ ਨੇ? ਦੇਖੋ, ਸਾਡਾ ਕੋਈ ਉਹਨਾਂ ਨੂੰ ਜੁਆਇਨ ਕਰਨ ਦਾ ਨਹੀਂ ਸੀਗਾ, ਉਹ ਤਾਂ ਉੱਥੋਂ ਦੇ ਯੂਪੀ ਦੀ ਪਾਰਟੀ ਦੇ MLC ਨੇ, ਉੱਥੇ ਉਹਨਾਂ ਨੇ ਉੱਥੇ ਰਹਿਣਾ ਯੂਪੀ ਦਾ, ਤੇ ਕੇ ਦਿੱਲੀ ਦੇ ਨੇ, ਉਹਨਾਂ ਨੇ ਆਪਣੀ ਜਾਗੋ ਪਾਰਟੀ ਸਿਰਫ ਦਿੱਲੀ ਕਮੇਟੀ ਦੀ ਬਣਾਈ ਹੋਈ ਹੈ। ਉਹਨਾਂ ਦਾ ਆਪਣਾ ਇਸ਼ੂ ਆ, ਤਾਂ ਸਿਰਫ ਮੈਨੂੰ ਹੌਸਲਾ ਦੇਣ ਲਈ ਵਰਕਰਾਂ 'ਚ ਆਏ ਸੀ, ਨਲਵੀ ਸਾਹਿਬ ਆਏ ਸੀਗੇ ਹਰਿਆਣੇ 'ਚੋਂ, ਇਸ ਕਰਕੇ ਉਹਨਾਂ ਦਾ ਆਉਣਾ ਸੀ, ਤੇ ਆਗੇ ਉਹਨਾਂ ਨੇ ਆ ਕੇ ਮੈਨੂੰ ਸਰੋਪੇ ਦੇ ਕੇ ਚਲੇ ਗਏ, ਉਹਨਾਂ ਦਾ ਕੋਈ ਮਤਲਬ ਨਹੀਂ। ਢੀਂਡਸਾ ਸਾਹਿਬ, ਹੁਣ ਗੱਲ ਟਕਸਾਲੀਆਂ ਦੀ ਕਰਦੇ ਹੈਗੇ, ਟਕਸਾਲੀ ਵੀ ਉੱਥੇ ਕੱਲ ਪਹੁੰਚੇ, ਬੱਬੀ ਬਾਦਲ ਪਹੁੰਚੇ ਉੱਥੇ, ਸੇਵਾ ਸਿੰਘ ਸੇਖਵਾਂ ਪਹੁੰਚੇ, ਬੀਰ ਦਵਿੰਦਰ ਸਿੰਘ ਪਹੁੰਚੇ। ਹਾਲਾਂਕਿ ਕਿਹਾ ਜਾ ਰਿਹਾ ਹੈ, ਜੋ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈਗੀ ਹੈ ਕਿ ਸੇਵਾ ਸਿੰਘ ਸੇਖਵਾਂ ਤੇ ਬੀਰ ਦਵਿੰਦਰ ਦੇ ਵੱਲੋਂ ਤਾਂ ਅਸਤੀਫਾ ਵੀ ਟਕਸਾਲੀ ਦਲ ਵਿੱਚ ਦੇ ਦਿੱਤਾ ਗਿਆ ਹੈਗਾ। ਤੁਹਾਨੂੰ ਲੱਗਦਾ ਕਿ ਇਹ ਸਹੀ ਸੀਗਾ ਉਸ ਵੇਲੇ ਜਦੋਂ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਦਾਖਲ ਸੀਗਾ, ਜਦੋਂ ਉਹ ਵਿਅਕਤੀ ਹਸਪਤਾਲ ਦੇ ਵਿੱਚ ਬੈੱਡ ਦੇ ਉੱਤੇ ਪਿਆ ਹੋਇਆ ਸੀ, ਤੇ ਉਹ ਵਿਅਕਤੀ ਨੂੰ ਛੱਡ ਕੇ ਜਿਨ੍ਹਾਂ ਨੇ ਪਾਰਟੀ ਦਾ ਗਠਨ ਕੀਤਾ ਸੀ, ਅਕਾਲ ਤਖਤ ਸਾਹਿਬ ਜਾ ਕੇ ਸੌਹਾਂ ਖਾਈਆਂ ਸੀਗੀਆਂ, ਉਹੀ ਉਸ ਵਿਅਕਤੀ ਨੂੰ ਛੱਡ ਕੇ ਤੁਹਾਡੇ ਨਾਲ ਆ ਕੇ ਜੁੜ ਗਏ ਨੇ? ਦੇਖੋ, ਇਹ ਤਾਂ ਦੇ ਸਕਦੇ ਨੇ ਉਹ ਜਵਾਬ, ਲੇਕਿਨ ਉਹ ਇਹ ਕਹਿੰਦੇ ਆ ਕਿ ਅਸੀਂ ਗਏ ਹਾਂ ਸਾਰੇ ਇਕੱਠੇ ਹੋ ਕੇ, ਔਰ ਬਰਹਮਪੁਰਾ ਸਾਹਿਬ ਨੂੰ ਕਿਹਾ ਸੀ ਹੁਣ ਛੱਡੀਏ ਜੀ ਆਪਾਂ, ਤੇ ਆਪਾਂ ਉਹਨਾਂ ਨਾਲ ਮਿਲ ਕੇ ਚੱਲੀਏ, ਉਹਨਾਂ ਨਾਲ ਰਲ ਜੀਏ, ਤੇ ਉਹ ਕਹਿੰਦੇ ਜਵਾਬ ਦੇ ਗਏ, ਉਹ ਆਪ ਆ ਗਏ ਨੇ। ਮੈਂ ਤਾਂ ਮੈਂ ਤਾਂ ਕਿਸੇ ਨੂੰ ਕਹਿ ਨਹੀਂ ਸਕਦਾ ਸੀ, ਇਹ ਜਵਾਬ ਤਾਂ ਉਹੀ ਦੇ ਸਕਦੇ ਨੇ। ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹ ਚੀਜ਼ ਨੂੰ ਫਿਲਹਾਲ ਦੀ ਘੜੀ ਦੇ ਲਈ ਅਵੋਇਡ ਕੀਤਾ ਜਾ ਸਕਦਾ ਸੀਗਾ? ਮੈਂ ਕੌਣ ਉਹਨਾਂ ਅਵੋਇਡ ਕਰਨ ਵਾਲਾ? ਇਹ ਤਾਂ ਉਹ ਆਏ ਨੇ, ਆ ਕੇ ਸਾਡੇ 'ਚ ਉਹਨਾਂ ਨੇ ਕੀਤਾ, ਮੇਰਾ ਨਾਂ ਵੀ ਸੈਕਿੰਡ ਕੀਤਾ ਸੇਖਵਾਂ ਨੇ, ਹੁਣ ਮੈਂ ਕਿਵੇਂ ਉਹਨੂੰ ਅਵੋਇਡ ਕਰ ਸਕਦਾ? ਕੀ ਲੱਗਦਾ ਹੈਗਾ ਕਿ ਜਿਹੜੇ ਲੋਕ ਜਿਨ੍ਹਾਂ ਨੇ ਉਸ ਵਿਅਕਤੀ ਦਾ ਧਿਆਨ ਨਹੀਂ ਦਿੱਤਾ, ਜਿਹੜਾ ਬੈੱਡ ਦੇ ਉੱਤੇ ਪਿਆ ਹੋਇਆ ਹੈਗਾ, ਉਹ ਕਿੰਨੀ ਕੁ ਦੇਰ ਸਰਵਾਈਵ ਜਿਹੜਾ ਹੈਗਾ ਤੁਹਾਡੇ ਨਾਲ ਕਰ ਸਕਦੇ ਹੈਗੇ? ਤੁਹਾਨੂੰ ਕੀ ਲੱਗਦਾ ਹੈਗਾ ਜੀ? ਮੈਨੂੰ ਕਾਹਦੀ ਇਸ ਦੇ, ਮੈਂ ਤਾਂ ਸਾਰੇ ਵਰਕਰ ਨਾਲ ਚੱਲਣਾ ਹੈ, ਮੇਰੇ ਨਾਲ ਤਾਂ ਜਿਹੜਾ ਕੋਈ ਆ ਗਿਆ ਉਹਦਾ ਕਰੇ ਤਾਂ ਉਹ ਜਵਾਬ ਦੇ ਸਕਦੇ, ਮੈਂ ਥੋੜ੍ਹਾ ਜਵਾਬ ਦੇ ਸਕਦਾ ਕਿਸੇ ਦਾ। ਪਰ ਹੁਣ ਕੀ ਬ੍ਰਹਮਪੁਰਾ ਦੇ ਨਾਲ ਤੁਹਾਡੀ ਵੱਲੋਂ ਗੱਲਬਾਤ ਰੱਖੀ ਜਾਊਗੀ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖਿਆ? ਕਿਉਂਕਿ ਉਹ ਤਾਂ ਹੁਣ ਸਾਫ਼ ਤੌਰ ਦੇ ਉੱਤੇ ਕਹਿ ਰਹੇ ਨੇ, ਕਹਿੰਦੇ ਕਿ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈਗਾ, ਕਹਿੰਦੇ ਢੀਂਡਸਾ ਉਹਨਾਂ ਨੂੰ ਮੈਂ ਕਹਿੰਦੇ ਪ੍ਰਧਾਨਗੀ ਜੇ ਲੈਣੀ ਸੀ ਉਹਨਾਂ ਨੇ, ਕਹਿੰਦੇ ਟਕਸਾਲੀਆਂ ਦੀ ਪ੍ਰਧਾਨਗੀ ਲੈ ਲੈਂਦੇ, ਕਹਿੰਦੇ ਮੈਂ ਇੰਨੀ ਦੇਰ ਤੋਂ ਕਹਿ ਰਿਹਾ ਸੀਗਾ ਕਿ ਮੈਂ ਟਕਸਾਲੀ ਦੀ ਜਿਹੜੀ ਹੈਗੀ ਪ੍ਰਧਾਨਗੀ ਛੱਡਣ ਨੂੰ ਤਿਆਰ ਹੈਗਾ, ਪਰ ਕਿਉਂ ਢੀਂਡਸਾ ਉਹਨਾਂ ਨੇ ਨਵੀਂ ਪਾਰਟੀ ਦਾ ਗਠਨ ਕਰ ਲਿੱਤਾ, ਕਿਉਂ ਵਿਸ਼ਵਾਸਘਾਤ ਜਿਹੜਾ ਹੈਗਾ ਮੇਰੇ ਨਾਲ ਕੀਤਾ ਹੈ? ਮੈਂ ਕੋਈ ਵਿਸ਼ਵਾਸਘਾਤ ਨਹੀਂ ਕੀਤਾ, ਮੈਂ ਉਹਨਾਂ ਨੂੰ ਜਵਾਬ ਦੇ ਕੇ ਮੈਂ ਕਿਹਾ ਮੈਂ ਨਹੀਂ ਲੈ ਸਕਦਾ ਪ੍ਰਧਾਨਗੀ, ਤੇ ਮੇਰੇ ਵਰਕਰ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਬਣਾਉਣਾ, ਇਸ ਕਰਕੇ ਉਹਨੂੰ ਜਵਾਬ ਦੇ ਕੇ ਆਇਆ। ਮੈਂ ਤਾਂ ਕੋਈ ਵਿਸ਼ਵਾਸਘਾਤ ਨਹੀਂ ਕੀਤਾ ਉਹਨਾਂ ਨਾਲ, ਮੈਂ ਤਾਂ ਚਾਹੁੰਦਾ ਸੀ ਇਕੱਠੇ ਚੱਲੀਏ, ਅੱਜ ਵੀ ਮੈਂ ਤਾਂ ਚਾਹੁੰਦਾ ਕਿ ਆਓ ਇਕੱਠੇ ਹੋ ਕੇ ਚੱਲੀਏ। ਬੱਬੀ ਬਾਦਲ ਦਾ ਕੀ ਸਟੇਟਸ ਹੈਗਾ? ਹਾਲਾਂਕਿ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਅਜੇ ਤੁਹਾਡੀ ਪਾਰਟੀ 'ਚ ਸ਼ਾਮਲ ਹੋ ਗਈਆਂ ਕਿ ਨਹੀਂ ਹੋਈਆਂ?
ਤੁਸੀਂ ਇਹੋ ਜਿਹੇ ਕੁਐਸਚਨ ਕਰਦੇ ਹੋ ਜਿਹੜਾ ਉਹ ਜਵਾਬ ਦੇ ਸਕਦੇ, ਉਹਨਾਂ ਦਾ ਜਵਾਬ ਮੈਂ ਕਿਵੇਂ ਦੇ ਸਕਦਾ? ਅਜੇ ਤੱਕ ਉਹ ਸਾਨੂੰ ਕੋਈ ਜਵਾਬ ਨਹੀਂ ਦੇ ਪਾ ਰਹੇ। ਉਹ ਕਹਿੰਦੇ ਉਹ ਕੱਲ ਫੰਕਸ਼ਨ 'ਚ ਵੀ ਆਏ ਸੀ, ਜਿਵੇਂ ਵੀਰ ਦਵਿੰਦਰ ਹੋਣੀ, ਸੇਵਾ ਸਿੰਘ ਸੇਖਵਾਂ ਸ਼ਾਮਲ ਹੋ ਗਏ, ਕਿ ਬੱਬੀ ਬਾਦਲ ਸ਼ਾਮਲ ਹੋਏ ਕਿ ਨਹੀਂ ਹੋਏ? ਨਹੀਂ, ਮੇਰੇ ਨਾਲ ਕੋਈ ਗੱਲ ਨਹੀਂ ਉਸ ਤੋਂ ਬਾਅਦ। ਉਹ ਤਾਂ ਉਹਨਾਂ ਤੋਂ ਪੁੱਛੋ ਯਾਰ, ਤੂੰ ਜਰਨਲਿਸਟ ਹੈ, ਤੂੰ ਕੁਐਸਚਨ ਉਹ ਪੁੱਛਦਾ ਜਿਹੜਾ ਕੋਈ ਮੈਂ ਜਵਾਬ ਕਾਹਦਾ ਦੇਊਂਗਾ? ਢੀਂਡਸਾ ਸਾਹਿਬ ਤੁਹਾਡੇ ਨਾਲ ਆ ਕੇ ਗੱਲਬਾਤ ਉਹਨਾਂ ਨੇ ਕੀਤੀ, ਸ਼ਾਮਲ ਹੋਏ ਕਿ ਨਹੀਂ ਹੋਏ? ਨਾਲ ਕੋਈ, ਮੈਂ ਤਾਂ ਕਹਿਤਾ ਵੀ ਸਾਡੀ ਦਾ ਜੇ ਕੋਈ ਮੈਂਬਰਸ਼ਿਪ ਥੋੜਾ ਬਣਾਈ ਅਸੀਂ, ਮੈਂਬਰਸ਼ਿਪ ਤਾਂ ਸ਼ੁਰੂ ਕਰਾਂਗੇ ਅਜੇ। ਤਾਂ ਕੱਲ ਕਿਸ ਬੁਨਿਆਦ ਦੇ ਉੱਤੇ ਸੇਵਾ ਸਿੰਘ ਸੇਖਵਾਂ ਤੇ ਵੀਰ ਦਵਿੰਦਰ ਤੁਹਾਡੇ ਸ਼ਾਮਲ ਹੋਏ ਨੇ? ਯਾਰ ਉਹ ਤਾਂ ਉਹਨਾਂ ਦੀ ਮਰਜ਼ੀ ਸੀ, ਉਹ ਆ ਕੇ ਮੇਰੀ ਮਦਦ ਕੀਤੀ ਉਹਨਾਂ ਨੇ। ਹੱਦ ਹੋ ਗਈ। ਮੈਂ ਹੁਣ ਜੇ ਮੇਰੇ ਨਾਲ ਕੋਈ ਆਊਗਾ ਮੈਂ ਕਹਿ ਸਕਦਾ ਤੂੰ ਕਿਉਂ ਆ ਗਿਆ ਵੀ? ਅੱਗੇ ਤੇ ਰੋਡ ਮੈਪ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਹੁਣ ਪਾਰਟੀ ਦਾ ਇਹ ਰੋਡ ਮੈਪ ਰਹਿਣ ਵਾਲਾ ਹੈਗਾ? ਸਭ ਤੋਂ ਮੁੱਖ ਤੌਰ ਦੇ ਉੱਤੇ ਕੀ ਹੁਣ ਅੱਗੇ ਦੀਆਂ ਰਣਨੀਤੀਆਂ ਰਹਿਣਗੀਆਂ ਤੁਹਾਡੀਆਂ ਪਾਰਟੀ ਦੀਆਂ? ਰੋਡ ਮੈਪ ਅਸੀਂ ਕੱਲ ਆਪਦੇ ਪੁਆਇੰਟ ਤਾਂ ਦੇ ਦਿੱਤੇ, ਕੱਲ ਸਾਰੇ ਉੱਥੇ ਕਹਿਤਾ ਵੀ ਸਾਰੇ ਕੀ ਹੋਊਗਾ, ਲੇਕਿਨ ਉਹਨਾਂ ਲਈ ਹੁਣ ਕਮੇਟੀਆਂ ਬਣਾਵਾਂਗੇ ਐਕਸਪਰਟਸ ਦੀਆਂ, ਜਿਵੇਂ ਐਗਰੀਕਲਚਰ ਐਕਸਪਰਟਸ ਕੋਈ ਹੋਣਗੇ। ਅਸੀਂ ਕੋਈ ਪੋਲੀਟੀਕਲ ਨਹੀਂ ਲੈਣੇ, ਅਸੀਂ ਐਗਰੀਕਲਚਰ ਐਕਸਪਰਟ ਲੈਣੇ ਨੇ। ਉਹਨਾਂ ਨੂੰ ਬਣਿਆ ਸਿਹਤ ਵਾਲੇ ਮੁਲਾਜ਼ਮਾਂ ਦੇ ਐਕਸਪਰਟ ਜਿਹੜੇ ਮੁਲਾਜ਼ਮ ਹੁੰਦੇ, ਔਰ ਜਿਹੜੇ ਰਿਜ਼ਰਵ ਸੀਟਾਂ 'ਤੇ ਰਿਜ਼ਰਵੇਸ਼ਨ ਲਈ ਹੈ ਜਾਂ ਦਲਿਤ ਤੇ ਬੈਕਵਰਡ ਕਲਾਸਿਸ ਦਾ, ਉਹਨਾਂ ਨੂੰ ਕਹਾਂਗੇ ਉਹ ਐਕਸਪਰਟਸ ਦੀਆਂ ਕਮੇਟੀਆਂ ਬਣਾਵਾਂਗੇ, ਉਹ ਸਾਨੂੰ ਰੋਡ ਮੈਪ ਬਣਾ ਕੇ ਦੇਣਗੇ। ਢੀਂਡਸਾ ਸਾਹਿਬ, ਕੀ ਚੋਣਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਤੱਕ ਸੀਮਿਤ ਰਹਿਣਗੀਆਂ ਕਿ ਤੁਸੀਂ ਦਿੱਲੀ ਤੱਕ ਵੀ ਜਿਹੜੀ ਹੈਗੀਆਂ ਚੋਣਾਂ ਲੜਨ ਦੇ ਲਈ ਇਹ ਪਾਰਟੀ ਜਿਹੜੀ ਹੈਗੀ ਹੈ ਤਿਆਰ ਹੋਵੇਗੀ? ਦੇਖੋ, ਅਸੀਂ ਤਾਂ ਆਪ ਚੋਣਾਂ ਲੜੀਏ ਕਿਤੇ ਨਾ ਲੜੀਏ, ਲੇਕਿਨ ਅਸੀਂ ਸਾਰੇ ਥਾਂ 'ਤੇ ਯੂਨਿਟ ਬਣਾਵਾਂਗੇ, ਚਾਹੇ ਦਿੱਲੀ ਹੋਵੇ, ਚਾਹੇ ਹਿੰਦੁਸਤਾਨ ਦੇ ਹੋਰ ਸੂਬੇ ਹੋਣ, ਚਾਹੇ ਬਾਹਰਲੀ ਦੁਨੀਆ ਹੋਵੇ। ਅੱਛਾ, ਇੱਕ ਇਹ ਵੀ ਸਵਾਲ ਖੜੇ ਹੋ ਰਹੇ ਨੇ, ਅਕਾਲੀ ਦਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਇਹ ਇਲਜ਼ਾਮ ਲਗਾ ਰਿਹਾ ਕਿ ਸਭ ਕੁਝ ਕਾਂਗਰਸ ਦੀ ਸ਼ਹਿ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਹੈਗੇ ਨੇ। ਕਹਿੰਦੇ ਜੋ ਕਾਂਗਰਸ ਕਹਿ ਰਹੀ ਹੈਗੀ ਹੈ ਉਸੀ ਦੀ ਸ਼ਹਿ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਇਹ ਸਭ ਕੀਤਾ ਜਾ ਰਿਹਾ ਹੈਗਾ। ਮੈਂ ਹੁਣ ਸਾਰੀਆਂ ਪਾਰਟੀਆਂ ਨਾਲ ਮਿਲ ਗਿਆ, ਕੋਈ ਕਹਿੰਦਾ ਮੈਂ ਬੀਜੇਪੀ ਨਾਲ ਮਿਲਿਆ, ਕੋਈ ਕਹਿੰਦਾ ਮੈਂ ਕਾਂਗਰਸ ਨਾਲ ਮਿਲਿਆ, ਕੋਈ ਕਹਿੰਦੇ ਜੀ ਇਹ ਤੇ ਆਮ ਆਦਮੀ ਪਾਰਟੀ ਨਾਲ ਇਕੱਠੇ ਨੇ। ਇਸ ਕਰਕੇ ਮੈਨੂੰ ਲੋਕ ਜਾਣਦੇ ਨੇ, ਨਾ ਮੈਂ ਕਾਂਗਰਸ ਨਾਲ ਮਿਲਿਆ, ਨਾ ਮੈਂ ਬੀਜੇਪੀ ਨਾਲ ਮਿਲਿਆ, ਨਾ ਮੈਂ ਕਿਸੇ ਹੋਰ ਪਾਰਟੀ ਨਾਲ ਮਿਲਿਆ। ਮੇਰੇ ਲੋਕ ਜਾਣਦੇ ਨੇ, ਮੈਂ 50 ਸਾਲ ਦਾ ਮੇਰੀ ਸਟੈਂਡਿੰਗ ਹੈ ਕਿ ਮੈਂ ਕਦੇ ਇੱਕ ਗੱਲ ਕਰਕੇ ਉਹ ਤੋਂ ਉਲਟਿਆ ਨਹੀਂ। ਜੇ ਮੈਂ ਪੁੱਛਣਾ ਚਾਹੁੰਦਾ ਉਹਨਾਂ ਤੋਂ ਕਿ ਕਾਂਗਰਸ ਨਾਲ ਕੌਣ ਮਿਲਿਆ, ਕੀ ਕਾਂਗਰਸ ਨਾਲ ਉਹ ਨਹੀਂ ਮਿਲੇ ਜਿਨ੍ਹਾਂ ਦੀਆਂ ਬੱਸਾਂ ਦਾ ਰੂਟ ਪਰਮਿਟ ਨਹੀਂ ਅੱਜ ਤੱਕ ਚੇਂਜ ਕੀਤਾ, ਜਿਨ੍ਹਾਂ ਦਾ ਕੇਬਲ ਸਿਸਟਮ ਉਵੇਂ ਜਿਵੇਂ ਚੱਲਦਾ, ਜਿਹਦੇ ਰੇਤਾ ਬਜਰੀ ਵਾਲੇ ਉਵੇਂ ਜਿਵੇਂ ਚੱਲਦੇ ਨੇ। ਕਿਹੜੀ ਚੀਜ਼ ਆ ਜਿਹਦੇ 'ਚ 1% ਵੀ ਕੈਪਟਨ ਅਮਰਿੰਦਰ ਸਿੰਘ ਨੇ ਚੇਂਜ ਲਿਆਂਦੀ ਹੋਵੇ? ਤੇ ਉਹ ਰਲੇ ਨੇ ਕਿ ਮੈਂ ਰਲਿਆ? ਉਹ ਰਲ ਕੇ ਇਕੱਠੇ ਗੱਲ ਕਰ ਰਹੇ ਨੇ, ਤੇ ਰਲੇ ਉਹਨੇ ਤੇ ਕਹਿੰਦੇ ਉਲਟਾ ਮੈਨੂੰ ਨੇ। ਢੀਂਡਸਾ ਸਾਹਿਬ, ਆਖਰੀ ਮੇਰਾ ਇਹ ਸਵਾਲ ਰਹੂਗਾ ਕਿਉਂਕਿ ਸਮਾਂ ਘੱਟ ਰਹਿ ਗਿਆ ਹੈਗਾ, ਸਾਲ ਜਿਹੜਾ ਹੈਗਾ ਉਹ ਬਚਿਆ ਹੈਗਾ, ਤਾਂ ਹੁਣ ਕਦ ਤੋਂ ਪਲੈਨਿੰਗ ਜਿਹੜੀ ਹੈਗੀ ਹੈ, ਮਤਲਬ ਕਹਿ ਲਓ ਕਿ ਜਿਹੜੇ ਲਾਈਕ ਮਾਈਂਡਡ ਪੀਪਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਦੋਂ ਤੋਂ ਸ਼ੁਰੂ ਹੋਣ ਜਾ ਰਹੀ ਹੈਗੀ ਹੈ? ਕਦੋਂ ਜਿਹੜੇ ਹੈਗੇ ਆ ਤੁਹਾਡੇ ਵੱਲੋਂ ਇਹ ਸਭ ਨੂੰ ਇੱਕੋ ਹੀ ਬੈਨਰ ਥੱਲੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ? ਸਾਡੀਆਂ ਪੋਲੀਟੀਕਲ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੀਆਂ ਕਮੇਟੀਆਂ ਬਣ ਗਈਆਂ ਲੀਡਰਾਂ ਦੀਆਂ। ਉਹ ਕਮੇਟੀ, ਇੱਕ ਕਮੇਟੀ ਇਹ ਵੀ ਬਣੂਗੀ ਜਿਹੜੀ ਬਾਕੀ ਵਰਕਰਾਂ ਨੂੰ ਜਾ ਕੇ ਕੰਟੈਕਟ ਕਰੂਗੀ, ਅਤੇ ਉਸ ਤੋਂ ਬਾਅਦ ਜਿੰਨੇ ਜੁਆਇਨ ਕਰੀ ਜਾਣਗੇ ਅਸੀਂ ਕਰਾਈ ਜਾਵਾਂਗੇ। ਇਸ ਤਰ੍ਹਾਂ ਅੱਡ ਅੱਡ ਕਮੇਟੀਆਂ ਬਣ ਗਈਆਂ, ਉਹ ਕਮੇਟੀਆਂ ਚਲਾਉਣਗੀਆਂ ਤੇ ਭਰਤੀ ਕਰਾਂਗੇ, ਭਰਤੀ ਤੇ ਡੈਮੋਕ੍ਰੇਟਿਕ ਢੰਗ ਨਾਲ ਚੁਣਾਂਗੇ। ਠੀਕ, ਲੋਕੀ ਇਹ ਵੀ ਸਵਾਲ ਪੁੱਛ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਆਪ ਨੂੰ ਟਕਸਾਲੀ ਕਹਾਉਣਗੇ, ਕਿ ਉਹ ਟਕਸਾਲੀ ਮੰਨਦੇ ਆ ਆਪਣੇ ਆਪ ਨੂੰ ਕਿ ਨਹੀਂ ਮੰਨਦੇ? ਯਾਰ ਟਕਸਾਲੀ ਕਮਾਲ ਕਰਦੇ ਹੋ। ਟਕਸਾਲੀ ਜਦੋਂ ਮੈਂ ਉਹ ਪਾਰਟੀ 'ਚ ਗਿਆ ਹੀ ਨਹੀਂ, ਮੈਂ ਕੋਈ ਉਹ ਛੱਡ ਗਿਆ ਟਕਸਾਲੀਆਂ ਨੂੰ। ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ, ਉਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਸੁਖਦੇਵ ਸਿੰਘ ਢੀਂਡਸਾ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਜੇਕਰ ਬੁਲਾਇਆ ਗਿਆ ਤਾਂ ਟਕਸਾਲੀ ਦੇ ਰਿਪਰੈਜ਼ੈਂਟੇਟਿਵ ਤੇ ਬੁਲਾਇਆ ਗਿਆ ਹੈਗਾ। ਮੈਨੂੰ ਇਹ ਤਾਂ ਕੈਪਟਨ ਦੱਸਦਾ, ਮੈਨੂੰ ਟਕਸਾਲੀ ਦੇ ਤੌਰ 'ਤੇ ਬਣਾਇਆ, ਮੈਨੂੰ ਐਜ਼ ਇੰਡੀਵਿਜੂਅਲ ਬਣਾਇਆ ਸੀ। ਮੈਂ ਤਾਂ ਉਦੋਂ ਮੈਂ ਕੋਈ ਟਕਸਾਲੀਆਂ 'ਚ ਪਾਰਟੀ ਦਾ ਮੈਂਬਰ ਸੀ ਨਾ, ਮੈਂ ਮੈਂਬਰ ਬਣਿਆ ਉਹਨਾਂ ਦਾ, ਨਾ ਮੈਂ ਕੋਈ ਮੈਨੂੰ ਤਾਂ ਪ੍ਰਧਾਨਗੀ ਦਿੰਦੇ ਸੀ ਉਹ। ਮੈਂ ਨਹੀਂ ਟਕਸਾਲੀਆਂ ਦਾ ਮੈਂਬਰ ਸੀ, ਨਾ ਮੈਨੂੰ ਟਕਸਾਲੀਆਂ ਦੇ ਤੌਰ 'ਤੇ ਬਣਾਇਆ ਸੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਢੀਂਡਸਾ ਸਾਹਿਬ। ਤੇ ਇਹਦਾ ਸੁਖਦੇਵ ਸਿੰਘ ਢੀਂਡਸਾ, ਹਾਲਾਂਕਿ ਪਾਰਟੀ ਦਾ ਨਵਾਂ ਗਠਨ ਹੋਇਆ ਹੈਗਾ, ਕਿਹਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨਾਮ ਰੱਖਿਆ ਜਾਵੇਗਾ, ਪਰ ਜੇਕਰ ਕੋਈ ਦਾ ਪੇਚ ਫਸਦਾ ਹੈਗਾ ਤਾਂ ਫਿਰ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ ਉਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜਾ ਹੈਗਾ ਉਹ ਵੀ ਹੋ ਸਕਦਾ ਹੈਗਾ। ਹੁਣ ਦੇਖਣਾ ਹੋਊਗਾ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਟੀ
ਦਾ ਵਜੂਦ ਕਿੱਥੇ ਜਾ ਕੇ ਖੜਾ ਹੁੰਦਾ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਾਰਟੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਹਿੱਤਾਂ ਦੇ ਲਈ ਕੀ ਕੁਝ ਕਰਕੇ ਵਿਖਾਉਂਦੀ ਹੈ। ਕੈਮਰਾਮੈਨ ਸੰਦੀਪ ਦੇ ਨਾਲ ਗਗਨਦੀਪ ਸਿੰਘ, ਹਮਦਰਦ ਟੀਵੀ, ਚੰਡੀਗੜ੍ਹ।